100% ਆਬਾਦੀ ਜਿਹੜੀ ਪਿੰਡ ਦੀ ਹੈ ਦਲਿਤਾਂ ਦੀ ਆਬਾਦੀ ਹੈ। ਪੂਰਾ ਪਿੰਡ ਜੇਕਰ ਇੱਥੇ ਪਾਰਕ ਬਣਦਾ ਹੈ ਮੱਤੇਆੜਾ ਦੇ ਜੰਗਲਾਂ ਦੇ ਵਿੱਚ ਤਾਂ पूरा पिंड तबाह हो जाता। ਅਸੀਂ ਪਹਿਲੋਂ ਤੋਂ ਆਏ ਉਜੜ ਕੇ ਪਾਕਿਸਤਾन ਤੋਂ 47 ਵੇਲੇ ਤੇ ਅਸੀਂ ਉਸ ਸਕੀਮ ਅਧੀਨ ਅਸੀਂ ਅੰਮ੍ਰਿਤਸਰ ਤੋਂ ਫਿਰ ਇੱਥੇ ਆਏ 65 ਦੇ ਵਿੱਚ। ਇਹ ਸਾਰੇ ਧੋਖੇਬਾਜ਼ ਆ ਜੀ। ਪੰਚਾਇਤ ਮਹਿਕਮਾ ਹੋ ਗਿਆ, ਪ੍ਰਸ਼ਾਸਨ ਸਾਰਾ, ਤੇ ਇਹ ਸਾਰਿਆਂ ਨੇ ਧੋਖੇ ਨਾਲ ਹੀ ਸਾਡੀ ਜ਼ਮੀਨ ਹੜੱਪੀ ਆ। ਸਾਡੇ ਵਧਾਈਆਂ ਦੇਣ ਲੱਗੇ ਦੂਜਾ ਸਰਪੰਚਣੀ ਨੂੰ ਵੀਡੀਓ ਤੇ ਸੈਕਟਰੀ ਵੀ ਤੂੰ ਸਰਪੰਚੀ ਕਰੋੜਾਪਤੀ ਬਣ ਗਈਆਂ, ਆਹ ਹੋ ਗਿਆ, ਜੇ ਹੋ ਗਿਆ, ਉਹ ਹੋ ਗਿਆ। हाँ रात टाइम होया जी। रात नूं साडे सरपंच नाल 2 वारी धक्का होया पंचायत साडी नाल। एक वारी ते लै गए सी इत्थों मुलाजम आया के ज्यों दोपहर तो बैठे शाम नूं आ गए, कहंदा बीबी साडा खड़ा छड़ाया सी, टंगे पए आ, डीसी साहब बैठा उत्थे आ बैठे आ जाके तहसील दे विच। ते अज जदों सरकार है मौजूदा सरकार है कदे हरपाल चीमा जां आम आदमी पार्टी ने जिहड़ी हाँ दा नारा मारदी सीगी तुहाडे हक दे विच, अज कदे उस आम आदमी पार्टी ने हाँ दा नारा नहीं मारिया। ਇਹ ਜੀ ਇੱਕ ਵਾਰੀ ਮੇਰੀ ਫੋਨ ਤੇ ਗੱਲ ਹੋਈ ਸੀ, ਉਹ ਵੀ ਬਿਲਕੁਲ 5-7 ਸਕਿੰਟ। ਉਦੋਂ ਸੈਸ਼ਨ ਚੱਲਦਾ ਸੀ ਤੇ ਮੈਂ ਤਾਂ ਇਹੀ ਗੱਲ ਕਰਨੀ ਸੀ ਵੀ ਤੁਸੀਂ ਸਾਡੇ ਕੋਲ ਆਏ ਸੀ ਵੀ ਤੁਸੀਂ ਹੁਣ ਸੈਸ਼ਨ ਚੱਲਦਾ ਆ ਤੇ ਵੀ ਸਾਡੀ ਆਹ ਗੱਲ ਕਰੋ, ਕਿਤੇ ਬਾਈ ਜਲਦੀ ਗੱਲ ਕਰ ਲਓ, ਸੈਸ਼ਨ ਚੱਲਣ ਵਾਲਾ ਸਾਡਾ। ਤੇ ਮੈਂ ਕਿਹਾ ਜੀ ਸਾਡੀ ਤੇ ਗੱਲ ਲੰਬੀ ਆ, ਮੈਂ ਪਿੰਡ ਸੇਖੋਵਾਲ ਤੋਂ ਆ ਕਸ਼ਮੀਰ ਸਿੰਘ। ਤੇ ਕਹਿੰਦੇ ਕੋਈ ਨਹੀਂ ਆਪਾਂ ਫਿਰ ਬਾਅਦ ਵਿੱਚ ਗੱਲ ਕਰਾਂਗੇ। ਇਹਨਾਂ ਨੇ ਹੁਣ ਤੱਕ ਇਹੀ ਕਹਿੰਦੇ ਰਹੇ ਤੁਹਾਡੀ ਗੱਲ ਚੱਲ ਰਹੀ ਆ, ਮੇਰੀ ਪੰਚਾਇਤ ਮੰਤਰੀ ਨਾਲ ਚੱਲ ਰਹੀ ਆ, ਸਾਡੇ ਮੰਤਰੀ ਨਾਲ ਮਾਨ ਸਾਹਿਬ ਨਾਲ ਚੱਲ ਰਹੀ ਆ। ਤੇ ਸਾਨੂੰ ਨਹੀਂ ਸੀ ਇਸ ਗੱਲ ਦਾ ਪਤਾ ਵੀ ਸਾਨੂੰ ਉਜਾੜਨ ਵਾਸਤੇ ਗੱਲ ਚੱਲ ਰਹੀ ਆ, ਵੀ ਸਾਨੂੰ ਨਹੀਂ ਅਸੀਂ ਤੇ ਆਪਣੇ ਵਸਾਉਣ ਵਾਸਤੇ ਗੱਲ ਚਲਾਉਂਦੇ ਸੀ, ਪਰ ਉਹ ਸਾਡੇ ਨਾਲ ਉਜਾੜਨ ਵਾਸਤੇ ਗੱਲ ਚੱਲ ਰਹੀ ਸੀ। ਤੇ ਇਹ ਤੇ ਸਾਨੂੰ ਸੈਸ਼ਨ ਦੇ ਵਿੱਚ ਹੀ ਪਤਾ ਲੱਗਾ ਜਦੋਂ ਹੁਣ ਵਾਲਾ ਸੈਸ਼ਨ ਦੂਜਾ ਸੈਸ਼ਨ ਹੋਇਆ ਨਾ, ਜਦੋਂ ਐਲਾਨ ਕੀਤਾ ਗਿਆ ਵੀ ਅਸੀਂ ਉੱਥੇ ਇੰਡਸਟਰੀਅਲ ਪਾਰਕ ਬਣਾਵਾਂਗੇ। ਉਹ ਕਹਿਣ ਲੱਗੇ ਇਹ ਸਤਪਾਲ ਖਹਿਰੇ ਨੂੰ ਪੁੱਛੋ ਤੁਸੀਂ ਵੀ ਰਜਿਸਟਰੀ ਧੱਕੇ ਨਾਲ ਤੇ ਜਾਲੀ ਰਜਿਸਟਰੀ ਤੇ ਤੁਹਾਡੀ ਸਰਕਾਰ ਨੇ ਕੀਤੀ ਆ। ਆਪਣੀ ਸਾਡੀ ਇਸ ਸਰਕਾਰ ਦਾ ਵੀ ਫਰਜ਼ ਬਣਦਾ ਸੀ ਵੀ ਅਸੀਂ ਜਾਲੀ ਰਜਿਸਟਰੀ ਵਾਲੀ ਜ਼ਮੀਨ ਦੇ ਉੱਤੇ ਇੰਡਸਟਰੀ ਨਹੀਂ ਬਣਾਉਣੀ। ਦੇਖ ਲਓ ਕਰੋਨੇ ਦੇ ਵਿੱਚ ਲੋਕਾਂ ਦੇ ਦਿਨੇ ਕੰਮ ਨਹੀਂ ਸੀ ਹੁੰਦੇ ਤੇ ਇਹ ਰਾਤ ਨੂੰ ਰਜਿਸਟਰੀ ਕਿਵੇਂ ਆਊਗੀ? ਇਹ ਪਿੰਡ ਵਾਲਿਆਂ ਨਾਲ ਧੋਖਾ ਨਹੀਂ। ਤੇ ਹੁਣ ਨਵੀਂ ਸਰਕਾਰ ਆਰਡਰ ਕਰਨ ਲੱਗੀ, ਜਦੋਂ ਐਲਾਨ ਕਰਨ ਲੱਗੀ, ਸੋਚ ਲੈਂਦੀ, ਜਾਂਚ ਕਰਾ ਲੈਂਦੀ ਵੀ ਇਹ ਫਲੱਡ ਜ਼ੋਨ ਦੀ ਜ਼ਮੀਨ ਆ, ਵੀ ਇਹਦੇ ਵਿੱਚ ਤਾਂ ਇੰਡਸਟਰੀ ਬਣ ਨਹੀਂ ਸਕਦੀ, ਵੀ ਇਹ ਜਿਹੜੇ 70-75 ਪਰਿਵਾਰ ਆ ਇਹਨਾਂ ਨੂੰ ਉਜਾੜ ਕੇ ਜਾਂ ਮਾਰ ਕੇ ਸਾਡੀ ਸਰਕਾਰ ਦਾ ਕਿੰਨਾ ਕੁ ਭਲਾ ਹੋ ਜਾਊਗਾ ਇਹ ਇਹੀ ਜਾਣਦੀ ਹੋਊਗੀ, ਸਰਕਾਰ ਹੀ ਜਾਣਦੀ ਹੈ। 3 ਵਾਰ ਇਹ ਲੋਕ ਉਜੜ ਕੇ ਜਿਹੜਾ ਬਸੇ ਨੇ ਤੇ ਅੱਜ ਫਿਰ 70 ਤੋਂ ਬਾਅਦ ਜੇਕਰ ਗੱਲ ਕਰ ਲਈਏ ਇਹਨਾਂ ਲੋਕਾਂ ਨੂੰ ਫਿਰ ਉਜਾੜਨ ਦੀ ਕੋਸ਼ਿਸ਼ ਆ ਜਿਹੜੀ ਸਰਕਾਰ ਕਰ ਰਹੀ ਹੈ। ਜ਼ਬਾਨੀ ਤੇ ਕਹਿ ਦਿੱਤਾ ਵੀ ਇੱਥੇ ਜੀ ਗੰਦਾ ਪਾਣੀ ਦਰਿਆ ਦੇ ਵਿੱਚ ਨਹੀਂ ਪਊਗਾ, ਤੇ ਪਰ ਗੰਦਾ ਪਾਣੀ ਲਿਜਾ ਨਹੀਂ ਕਿਤੇ ਸਕਦੇ। ਜੇ ਆਪਾਂ ਫਲੱਡ ਦੀ ਗੱਲ ਕਰੀਏ ਜਦੋਂ ਫਲੱਡ ਆਉਂਦਾ ਹੈ ਉਦੋਂ ਸਰਕਾਰ ਨੇ ਕਦੇ ਸਹੀ ਮੁਆਵਜ਼ਾ ਦਿੱਤਾ? ਸਾਡੇ ਕੱਚੇ ਮਕਾਨ ਹੁੰਦੇ ਸੀ, ਉਦੋਂ ਕੱਚੇ ਮਕਾਨ ਹੁੰਦੇ, ਕੱਚਿਆਂ ਮਕਾਨਾਂ ਦਾ ਸਾਨੂੰ 800 ਰੁਪਇਆ ਦਿੱਤਾ ਸੀ ਇਹਨਾਂ ਨੇ। ਕੱਚੇ ਮਕਾਨ ਸਾਡੇ ਢਹਿ ਗਏ ਸੀ ਤੇ ਪਰ ਪਤਾ ਨਹੀਂ ਹੁਣ ਇਹਨਾਂ ਨੇ ਕੀ ਉਹਨਾਂ ਨੂੰ ਕਹਿਤਾ। ਹਰਪਾਲ ਸਿੰਘ ਚੀਮਾ ਜੀ ਵਿੱਤ ਮੰਤਰੀ ਇੰਨੇ ਉੱਚੇ ਰੁਤਬੇ ਤੇ ਬੈਠੇ ਆ ਕਿ ਮਾਨ ਸਾਹਿਬ ਨੂੰ ਕਹਿ ਨਹੀਂ ਸਕਦੇ ਜੀ ਉਹ ਤੇ ਉੱਥੇ ਇੰਡਸਟਰੀ ਬਣਦਾ ਕੋਈ ਤੁਕ ਨਹੀਂ ਬਣਦਾ। ਲੋਕ ਨੇ ਜਿਹੜੇ ਇਸ ਪਿੰਡ ਦੇ ਦਲਿਤ ਭਾਈਚਾਰਾ ਦੁਬਾਰਾ ਉਜੜੇਗਾ। ਮੱਤੇਆੜਾ ਜੰਗਲ ਦੇ ਵਿੱਚ ਟੈਕਸਟਾਈਲ ਪਾਰਕ ਬਣਨ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਜੰਗਲ ਕੱਲਾ ਜਿਹੜਾ ਹੈ ਜੰਗਲ ਦੇ ਦਰਖਤ ਨੇ ਉਹ ਤਬਾਹ ਨਹੀਂ ਹੋ ਰਹੇ। ਸਤਲੁਜ ਦਰਿਆ ਦਾ ਜਿਹੜਾ ਪਾਣੀ ਹੈ ਜਾਂ ਸਤਲੁਜ ਗੰਦਾ ਨਹੀਂ ਹੋ ਰਿਹਾ, ਦੂਸ਼ਿਤ ਨਹੀਂ ਹੋ ਰਿਹਾ। ਉਹਦੇ ਨਾਲ ਜਿਹੜਾ ਇੱਕ ਪਿੰਡ ਸੇਖੋਵਾਲ ਪਿੰਡ ਹੈ ਜਿਹੜਾ ਉਹ ਪੂਰਾ ਪਿੰਡ ਤਬਾਹ ਹੋ ਸਕਦਾ ਹੈ ਟੈਕਸਟਾਈਲ ਪਾਰਕ ਬਣਨ ਦੇ ਨਾਲ। ਮੱਤੇਆੜਾ ਜੰਗਲ ਦੇ ਵਿੱਚ 100% ਆਬਾਦੀ ਜਿਹੜੀ ਪਿੰਡ ਦੀ ਹੈ ਦਲਿਤਾਂ ਦੀ ਆਬਾਦੀ ਹੈ। ਪੂਰਾ ਪਿੰਡ ਜੇਕਰ ਇੱਥੇ ਪਾਰਕ ਬਣਦਾ ਹੈ ਮੱਤੇਆੜਾ ਦੇ ਜੰਗਲਾਂ ਦੇ ਵਿੱਚ ਤਾਂ ਪੂਰਾ ਪਿੰਡ ਤਬਾਹ ਹੋ ਜਾਂਦਾ। ਬਾਈ ਕਸ਼ਮੀਰ ਸਿੰਘ ਜੀ ਸਾਨੂੰ ਦੱਸਣਗੇ ਕਿ ਕਿਸ ਤਰੀਕੇ ਨਾਲ ਜਿਹੜੀ ਇਹ ਜ਼ਮੀਨ ਇਹਨਾਂ ਦੇ ਪੁਰਖਿਆਂ ਨੂੰ ਮਿਲੀ, ਕਿੱਦਾਂ ਇਹਨਾਂ ਨੇ ਇਹ ਜ਼ਮੀਨ ਆਬਾਦ ਕੀਤੀ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕਸ਼ਮੀਰ ਸਿੰਘ ਪਿੰਡ ਸੇਖੋਵਾਲ ਤੋਂ ਜੀ। ਬਾਈ ਜੀ ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਕਿ ਇੱਥੇ ਟੈਕਸਟਾਈਲ ਜੇਕਰ ਪਾਰਕ ਬਣਦੀ ਹੈ ਤਾਂ ਪੂਰਾ ਜੰਗਲ ਤਬਾਹ ਹੁੰਦਾ ਹੈਗਾ। 416 ਏਕੜ ਜਿਹੜੀ ਜ਼ਮੀਨ ਹੈ ਖੇਤੀ ਲਾਇਕ ਜ਼ਮੀਨ ਹੈ ਉਹ ਕਦੋਂ ਤੁਹਾਨੂੰ ਅਲਾਟ ਹੋਈ ਤੇ ਕਦੋਂ ਤੁਸੀਂ ਇਹਦੇ ਤੇ ਖੇਤੀ ਕਰਨੀ? ਦੇਖੋ ਜੀ ਪਹਿਲੀ ਗੱਲ ਤੇ ਇਹ ਆ ਵੀ ਜਿਹੜੀ 416 ਏਕੜ ਇਕੱਲੇ ਸਾਡੇ ਸੇਖੋਵਾਲ ਦੀ ਆ, ਸੇਖੋਵਾਲ ਪਿੰਡ ਦੀ ਆ। ਸੇਖੋਵਾਲ ਪਿੰਡ ਦੀ ਹੋਰ ਕੋਈ ਵੀ ਜ਼ਮੀਨ ਹੈ ਨਹੀਂ ਮਾਲਕੀ। ਇਹ ਸਾਡਾ ਪੰਚਾਇਤ ਦੀ ਹੀ ਜ਼ਮੀਨ ਦੇ ਉੱਤੇ ਅਸੀਂ ਚੁਕੌਤਾ ਦੇ ਕੇ ਜ਼ਮੀਨ ਵਾਹੁੰਦੇ ਸੀ ਤੇ ਖੇਤੀਬਾੜੀ ਕਰਦੇ, ਆਪਣਾ ਬੱਚਿਆਂ ਦਾ ਪਾਲਣ ਪੋਸ਼ਣ ਹੁੰਦਾ ਸੀ ਤੇ ਇਸੇ ਤਰ੍ਹਾਂ ਸਾਡਾ ਗੁਜ਼ਾਰਾ ਹੋ ਰਿਹਾ ਸੀ। ਤੇ ਪਰ ਹੁਣ ਇਹ ਕਹਿੰਦੇ ਵੀ ਅਸੀਂ ਇੰਡਸਟਰੀਅਲ ਪਾਰਕ ਬਣਾਉਣਾ। ਤੇ ਬਾਕੀ ਗੱਲ ਹੋ ਗਈ ਸਾਡੀ ਪਿਛੋਕੜ ਦੀ ਵੀ ਅਸੀਂ
ਕਿਵੇਂ ਸਾਨੂੰ ਜ਼ਮੀਨ ਮਿਲੀ? ਅਸੀਂ ਪਹਿਲੋਂ ਤੋਂ ਆਏ ਉੱਜੜ ਕੇ ਪਾਕਿਸਤਾਨ ਤੋਂ 47 ਵੇਲੇ। ਫਿਰ ਅਸੀਂ 65 ਵਿੱਚ ਜਦੋਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਆਰਡਰ ਕੀਤਾ ਸੀ ਵੀ ਤੁਸੀਂ ਅਸੀਂ ਬਾਹਰਲੀਆਂ ਕੰਟਰੀਆਂ ਤੋਂ ਅਨਾਜ ਮੰਗਾਉਂਦੇ ਆ, ਤੇ ਜਿਹੜਾ ਆਪਾਂ ਕਿਉਂ ਨਹੀਂ, ਆਪਣੇ ਕੋਲ ਇੰਨੀਆਂ ਜ਼ਮੀਨਾਂ ਪਈਆਂ, ਇੰਨੇ ਬੰਦੇ ਆ, ਤੇ ਆਪਾਂ ਆਪਣੇ ਖਾਣ ਜੋਗੀ ਰੋਟੀ ਵੀ ਨਹੀਂ ਆਪਾਂ ਇਹਦੇ ਵਿੱਚ ਇਸ ਜ਼ਮੀਨ ਵਿੱਚੋਂ ਕੱਢ ਸਕਦੇ। ਤੇ ਅਸੀਂ ਕਹਿੰਦੇ ਵੀ ਇਹਨਾਂ ਨੇ ਐਲਾਨ ਹਰੀ ਕ੍ਰਾਂਤੀ ਦੇ ਮੁਤਹਿਤ ਇਹ ਕੀਤਾ ਸੀ ਵੀ ਤੁਸੀਂ ਆਪਣੇ ਪੰਜਾਬ ਦੀਆਂ ਜ਼ਮੀਨਾਂ ਆਬਾਦ ਕਰੋ ਤੇ ਨਾਲੇ ਆਪ ਖਾਓ ਤੇ ਨਾਲੇ ਦੇਸ਼ ਨੂੰ ਖਵਾਓ। ਤੇ ਅਸੀਂ ਉਸ ਸਕੀਮ ਅਧੀਨ ਅਸੀਂ ਅੰਮ੍ਰਿਤਸਰ ਤੋਂ ਫਿਰ ਇੱਥੇ ਆਏ 65 ਦੇ ਵਿੱਚ। ਇੱਥੋਂ ਝਾੜ ਬੂਟ ਵੱਢਿਆ, ਇੱਥੇ ਬਹੁਤ ਵੱਡੀ ਵੱਡੀ ਡਿੱਬ ਹੁੰਦੀ ਸੀ ਤੇ ਬੜੀ ਮੁਸ਼ਕਲ ਨਾਲ ਅਸੀਂ ਜੀ ਇਹ ਜ਼ਮੀਨ ਆਬਾਦ ਕੀਤੀ। ਇੱਥੇ ਦਰਿਆ ਚੱਲਿਆ, ਜ਼ਮੀਨ ਸੀ, ਦਰਿਆ ਅਸੀਂ ਇਹ ਪੱਧਰੀਆਂ ਕੀਤੀਆਂ ਤੇ ਅਸੀਂ 65 ਤੋਂ ਲੱਗ ਕੇ 70 ਤੱਕ ਸਾਡੀ ਇੱਥੇ ਖੇਤੀਬਾੜੀ ਚੱਲਦੀ ਰਹੀ। ਤੇ 70 ਦੇ ਵਿੱਚ ਇੱਕ ਆਲੂ ਬੀਜ ਫਾਰਮ ਆ ਗਿਆ ਨਾਭੇ ਤੋਂ ਟਰਾਂਸਫਰ ਹੋ ਕੇ, ਉਹ ਆਇਆ ਸੀ ਨਾਲ ਦੇ ਪਿੰਡ ਹੈਦਰਨਗਰ ਦੇ ਵਿੱਚ। ਤੇ ਉਹਨਾਂ ਸਾਡੀ ਜ਼ਮੀਨ ਆਬਾਦ ਵੇਖ ਕੇ ਤੇ ਹੈਦਰਨਗਰ ਦੀ ਜ਼ਮੀਨ ਜਿਹੜੀ ਸੀ ਉਹ ਤੇ ਸੀ ਆਪਣੀ ਜਿਵੇਂ ਝਾੜ ਬੂਟ ਸੀ ਸਾਰਾ ਕੁਝ, ਜਿਵੇਂ ਕੁਛ ਛੋਟੀਆਂ ਛੋਟੀਆਂ ਝਾੜੀਆਂ ਹੋ ਗਈਆਂ, ਡਿੱਬ ਕਾਈ ਕਾਨੇ ਕਈ ਕੁਛ ਸੀ, ਤੇ ਸਾਡੇ ਵਾਲੀ ਆਬਾਦ ਕੀਤੀ ਸੀ। ਇਹ ਆ ਕੇ ਉਹਨਾਂ ਨੇ ਜਦੋਂ ਦੇਖਿਆ, ਅਫਸਰਾਂ ਨੇ ਆ ਕੇ ਕਹਿੰਦੇ ਜੀ ਆਹੀ ਜ਼ਮੀਨ ਆ ਜੀ, ਆਹੀ ਜ਼ਮੀਨ ਆ, ਇਹਦਾ ਕਰਕੇ ਸਾਡੇ ਵਾਲੀ ਜ਼ਮੀਨ ਦੱਬ ਲਈ। ਇੱਕ ਵਾਰੀ ਅਸੀਂ ਉਦੋਂ ਉਜੜ ਗਏ 70 ਦੇ ਵਿੱਚ। ਫਿਰ ਲਗਾਤਾਰ ਅਸੀਂ ਉਦੋਂ ਇਹਦੀ ਜਦੋਜਹਿਦ ਤੇ ਚੱਲਦੀ ਰਹੀ ਫਾਰਮ ਦੇ ਨਾਲ, ਪਰ ਸਾਨੂੰ ਦਬਾ ਲਿਆ ਇਹਨਾਂ ਨੇ। ਤੇ ਅਸੀਂ ਆ ਪਿੰਡ ਦਾ ਕੋਈ 10.5-11 ਏਕੜ ਜ਼ਮੀਨ ਆ, ਅਸੀਂ ਇਹਦੇ ਵਿੱਚ ਸੀਮਿਤ ਰਹਿ ਗਏ। ਫਿਰ ਸਾਨੂੰ ਨਾ ਜੀਣ ਦੀ ਇੱਕ ਕਿਰਨ ਦਿਸੀ ਜਦੋਂ 86 ਦੇ ਵਿੱਚ ਇਹ ਪੰਚਾਇਤ ਦੀ ਜ਼ਮੀਨ ਹੋਈ। ਇਹ ਪਿੰਡ ਸਿੱਖੋਵਾਲ ਦੇ ਨਾਂ ਚੜ੍ਹ ਗਈ। ਪਹਿਲੋਂ ਇਹ ਸੈਂਟਰ ਗੌਰਨਮੈਂਟ ਦੀ ਜ਼ਮੀਨ ਹੁੰਦੀ ਸੀ, ਫਿਰ ਇਹ ਪੰਜਾਬ ਗੌਰਨਮੈਂਟ ਦੀ ਹੋਈ ਤੇ ਪੰਚਾਇਤ ਦੀ ਹੋਈ। ਫਿਰ ਅਸੀਂ ਪੰਚਾਇਤ ਦਾ 88 ਵਿੱਚ ਕੇਸ ਲਾਇਆ DDPO ਸਾਹਿਬ ਦੇ। DDPO ਸਾਹਿਬ ਨੇ ਸਾਡੀ ਪੰਚਾਇਤ ਦੇ ਹੱਕ ਵਿੱਚ ਕੇਸ ਕੀਤਾ ਤੇ ਉਦੋਂ ਤੋਂ ਇਹ ਜ਼ਮੀਨ ਫਿਰ ਮਤਲਬ ਆਲੂ ਬੀਜ ਫਾਰਮ ਜ਼ਮੀਨ ਤੇ ਬੀਜਣੋਂ ਹਟ ਗਿਆ, ਪਰ ਇਹ ਜ਼ਮੀਨ ਤੇ ਅਸਟੇ ਹੋਇਆ ਸੀ, ਪਰ ਅਸੀਂ ਵਾਹ ਨਹੀਂ ਸਕੇ। ਫਿਰ DDPO ਸਾਹਿਬ ਤੋਂ ਬਾਅਦ ਡਾਇਰੈਕਟਰ ਦੇ ਕੇਸ ਚੱਲ ਗਿਆ, ਉਹ ਵੀ ਪੰਚਾਇਤ ਦੇ ਹੱਕ 'ਚ ਗਿਆ। ਹਾਈ ਕੋਰਟ ਵਿੱਚ ਗਿਆ, ਹਾਈ ਕੋਰਟ ਵਿੱਚ ਵੀ ਜਾ ਕੇ ਸਾਡੀ ਪੰਚਾਇਤ ਦੇ ਹੱਕ 'ਚ ਹੋਇਆ। ਫਿਰ ਸੁਪਰੀਮ ਕੋਰਟ ਵਿੱਚੋਂ ਵੀ ਪੰਚਾਇਤ ਦੇ ਹੱਕ 'ਚ ਹੋਇਆ। ਫਿਰ ਸੁਪਰੀਮ ਕੋਰਟ ਵਿੱਚ ਇੱਕ ਉਹਨਾਂ ਲਾਈਨ ਲਿਖਤੀ, ਕਹਿੰਦੇ ਵੀ ਜੇ ਤੁਹਾਡੀ ਇਹ ਕਹਿੰਦੇ ਸੀ ਆਲੂ ਬੀਜ ਫਾਰਮ ਵਾਲੇ ਵੀ ਇਹ ਸਾਡੀ ਮਾਲਕੀ ਜ਼ਮੀਨ ਹੈ, ਕਹਿੰਦੇ ਦੇਖੋ ਜੀ ਹੁਣ ਤੱਕ ਜਿਹੜਾ ਤੁਸੀਂ ਆਪਣਾ ਪੇਸ਼ ਕੀਤੇ ਕਾਗਜ਼ ਪੱਤਰ ਉਹਦੇ ਵਿੱਚ ਮਾਲਕੀ ਤਾਂ ਨਹੀਂ ਤੁਹਾਡੀ ਹੈਗੀ, ਮਾਲਕ ਪੰਚਾਇਤ ਹੀ ਆ। ਤੇ ਪਰ ਜੇ ਤੁਹਾਨੂੰ ਕੋਈ ਸ਼ੱਕ ਆ ਤਾਂ ਤੁਸੀਂ ਪੰਜਾਬ ਸਰਕਾਰ ਦੇ ਵਿੱਚ ਦਿਖਾ ਸਕਦੇ ਹੋ। ADC ਦੇ ਆਇਆ, ADC ਦਾ 5-6 ਸਾਲ ਕੇਸ ਚੱਲਿਆ। ਫਿਰ ਸਾਡਾ ADC ਨੇ ਪੰਚਾਇਤ ਦੇ ਹੱਕ 'ਚ ਕਰਤਾ। ਫਿਰ ਡਾਇਰੈਕਟਰ ਦੇ ਲੱਗਿਆ। ਡਾਇਰੈਕਟਰ ਤੋਂ ਬਾਅਦ ਫਿਰ ਸਾਨੂੰ 2014 ਦੇ ਵਿੱਚ ਸਾਨੂੰ ਹਾਈ ਕੋਰਟ ਵੱਲੋਂ ਜ਼ਮੀਨ ਪੰਚਾਇਤ ਦੇ ਹੱਕ 'ਚ ਹੋਈ ਤੇ 2014 ਤੋਂ ਦੁਬਾਰੇ ਅਸੀਂ ਵਾਹੁਣ ਲੱਗੇ। ਇਹ ਦੇਖ ਲਓ ਕਿੰਨਾ ਲੰਬਾ ਸਫ਼ਰ ਸਾਡਾ ਜਦੋਜਹਿਦ ਵਿੱਚ ਹੀ ਲੰਘਿਆ। ਜਾਣੀ ਕਿ ਹੁਣ ਤੱਕ ਦਾ ਜਿੰਨਾ ਸਫ਼ਰ ਆ ਆਜ਼ਾਦੀ ਤੋਂ ਬਾਅਦ ਦਾ, ਉਹ ਸੰਘਰਸ਼ ਦੇ ਵਿੱਚ ਹੀ ਚਲਿਆ ਗਿਆ। ਸਾਡਾ ਸੰਘਰਸ਼ ਵਿੱਚ ਲੰਘਿਆ। ਸਾਡੀਆਂ 2 ਪੀੜ੍ਹੀਆਂ ਗੁਜ਼ਰ ਗਈਆਂ, ਹੁਣ ਮੈਂ ਤੀਜਾ ਆ ਜੀ। ਮੈਂ ਤੀਜਾ ਆ, ਇਹ ਵੀ ਸੰਘਰਸ਼ ਵਿੱਚ ਹੀ। ਮੇਰੀ ਉਮਰ ਦੇ 56 ਸਾਲ ਦੀ ਮੇਰੀ ਉਮਰ ਹੋ ਗਈ ਆ ਤੇ ਲਗਭਗ ਨੇੜੇ ਪਹੁੰਚ ਗਿਆ ਵੀ ਜਿੰਨੀ ਕੁ ਆਪਣੀ 60 ਸਾਲ ਦੀ ਐਵਰੇਜ ਆ, 60-62-65 ਸਾਲ ਦੀ ਆਪਣੇ ਐਵਰੇਜ ਆ ਆਪਣੇ ਹਿੰਦੁਸਤਾਨ ਦੀ ਲਾਈਫ, ਤੇ ਮੈਂ ਵੀ ਲਗਭਗ ਨੇੜੇ ਪਹੁੰਚ ਗਿਆ। ਇਸ ਕਰਕੇ ਤੀਜੀ ਪੀੜ੍ਹੀ ਵੀ ਸਾਡੀ ਖਤਮ ਹੋਣ ਵਾਲੀ ਆ ਤੇ ਅਜੇ ਵੀ ਸੰਘਰਸ਼ ਸਾਡਾ ਖਤਮ ਨਹੀਂ ਹੋਇਆ। ਹੁਣ ਇਸ ਜ਼ਮੀਨ ਸਾਡੀ ਪੰਚਾਇਤ ਨੂੰ ਤੇ ਕਹਿੰਦੇ ਇਹਨਾਂ ਧੱਕੇ ਨਾਲ ਚਲੋ ਰਜਿਸਟਰੀ ਕਰਾ ਲਈ, ਪਰ ਅਸੀਂ ਇਹਦੇ ਵਿੱਚ ਹਾਈ ਕੋਰਟ ਵਿੱਚ ਕੇਸ ਲਾਇਆ। 4 ਕੇਸ ਸਾਡੇ ਸਿਵਲ ਕੋਰਟ ਵਿੱਚ ਚੱਲਦੇ ਆ ਤੇ ਹਾਈ ਕੋਰਟ ਦਾ ਵੀ ਇਹਨਾਂ ਨੂੰ ਸੰਮਣ ਆਏ ਆ, ਆਪਣੇ ਗਲਾਡਾ ਕੰਪਨੀ ਨੂੰ ਤੇ ਆਪਣੇ ਹੋਰ DC ਸਾਹਿਬ ਨੂੰ। ਸਾਰੇ ਇਹ ਮੇਰੀਆਂ ਪਾਰਟੀਆਂ 3-4 ਬੰਦੇ ਜਿਨ੍ਹਾਂ ਨੇ ਘਪਲਾ ਕੀਤਾ ਹੈ ਸਾਡੀ ਜ਼ਮੀਨ ਦੇ ਵਿੱਚ, ਇਹ ਸਾਰੇ ਧੋਖੇਬਾਜ਼ ਆ ਜੀ। ਇਹ ਪੰਚਾਇਤ ਮਹਿਕਮਾ ਹੋ ਗਿਆ, ਪ੍ਰਸ਼ਾਸਨ ਸਾਰਾ, ਤੇ ਇਹ ਸਾਰਿਆਂ ਨੇ ਧੋਖੇ ਨਾਲ ਹੀ ਸਾਡੀ ਜ਼ਮੀਨ ਹੜੱਪੀ ਆ। ਸਾਡੇ ਸਰਪੰਚ ਕੋਲੋਂ ਕਿਸੇ ਨਾ ਪੁੱਠੇ ਢੰਗ ਤਰੀਕੇ ਨਾਲ ਇਹਨਾਂ ਨੇ ਇਹ ਸਾਈਨ ਕਰਵਾਏ ਆ। ਪਹਿਲੋਂ ਇਹਨਾਂ ਨੇ ਮਤਾ ਪਵਾਇਆ, ਕਹਿੰਦੇ ਜੀ ਤੁਹਾਡੀ ਅਸੀਂ ਜ਼ਮੀਨ ਨਹੀਂ ਲੈਂਦੇ, ਪੰਚਾਇਤ ਤੇ ਪਿੰਡ ਜ਼ਮੀਨ ਨਹੀਂ ਦੇਣੀ ਚਾਹੁੰਦਾ ਸੀ। ਇਹ ਕਹਿੰਦੇ ਸੀ ਵੀ ਅਸੀਂ ਤੁਹਾਡੀ ਜ਼ਮੀਨ ਨਹੀਂ ਲੈਂਦੇ। ਇਹਨਾਂ ਨੇ ਸਕੀਮ ਬਣਾ ਲਈ, ਕੋਈ ਘੜ ਲਈ। ਤੁਹਾਨੂੰ ਪਤਾ ਸਰਕਾਰੀ ਅਫਸਰ ਇਹ ਲੋਕਾਂ ਨੂੰ ਲੁੱਟਣ ਵਾਸਤੇ ਬੜੀਆਂ ਸਕੀਮਾਂ ਬਣਾਉਂਦੇ ਆ ਤੇ ਫਾਇਦੇ ਤਾਂ ਲੋਕਾਂ ਦਾ ਘੱਟ ਕਰਦੇ, ਪਰ ਲੁੱਟਣ ਦਾ ਜ਼ਿਆਦਾ ਕੁਝ ਇਹਨਾਂ ਦਾ ਤਜਰਬਾ ਹੁੰਦਾ ਆ। ਇਹ ਕਹਿੰਦੇ ਵੀ ਅਸੀਂ ਤੁਹਾਡੀ ਜ਼ਮੀਨ ਨਹੀਂ ਲੈਂਦੇ, ਸਾਨੂੰ ਮਤਾ ਪਾ ਦਿਓ ਇੱਕ ਵੀ ਅਸੀਂ ਸਰਕਾਰ ਨਾਲ ਸਹਿਮਤ ਹਾਂ। ਪੰਚਾਇਤ ਨੇ ਅਨਪੜ੍ਹ, ਸਾਡੀ ਭਰਜਾਈ ਅਨਪੜ੍ਹ ਸੀ,
ਉਹਨਾਂ ਨੇ ਕਿਹਾ ਵੀ ਜੇ ਕੋਈ ਗੱਲ ਨਹੀਂ, ਜੇ ਆਪਾਂ ਨੂੰ ਜ਼ਮੀਨ ਨਹੀਂ ਆਪਣੀ ਲੈਂਦੇ ਫਿਰ ਸਾਨੂੰ ਘਾਟਾ ਵੀ ਕੀ ਆ, ਸਰਕਾਰ ਨਾਲ ਸਹਿਮਤੀ ਜਿਤਾ ਦਿੰਦੇ ਆ। ਇਹਨਾਂ ਦੇ ਮਤਾ ਪਾਉਣ ਦੀ ਦੇਰ ਹੀ 2 ਦਿਨਾਂ ਬਾਅਦ ਗਲਾਡਾ ਕੰਪਨੀ ਤੋਂ ਲੈ ਕੇ ਪੈਸੇ ਪਾਤੇ ਇਹਨਾਂ ਨੇ, ਗਲਾਡਾ ਕੰਪਨੀ ਨੇ ਟ੍ਰਾਂਸਫਰ ਕਰਤੇ ਪੰਚਾਇਤ ਦੇ ਨਾਂ ਤੇ। ਜਦੋਂ ਪਤਾ ਲੱਗਿਆ ਪਿੰਡ ਨੂੰ ਵੀ ਤੇ ਪੰਚਾਇਤ ਨੂੰ ਵੀ ਪਤਾ ਲੱਗ ਗਿਆ ਵੀ ਤੁਹਾਡੇ ਵਧਾਈਆਂ ਦੇਣ ਲੱਗ ਗਏ ਦੂਜਾ ਸਰਪੰਚਣੀ ਨੂੰ, ਵੀਡੀਓ ਤੇ ਸੈਕਟਰੀ ਵੀ ਤੂੰ ਸਰਪੰਚੀ ਕਰੋੜਾਂਪਤੀ ਬਣ ਗਈਆਂ, ਆਹ ਹੋ ਗਿਆ, ਜੇ ਹੋ ਗਿਆ, ਉਹ ਹੋ ਗਿਆ। ਤੇ ਇਹਨੇ ਕਰੋੜਾਂਪਤੀ ਇਹਨੇ ਪੈਸੇ ਚੱਟਣੇ ਆ। ਜਦੋਂ ਇਹਦੀ ਰੋਜੀ ਰੋਟੀ ਖੋਈ ਜਾਂਦੀ ਆ, ਪਿੰਡ 'ਚ ਰੌਲਾ ਪੈ ਗਿਆ ਵੀ ਹਾਂ ਵੀ ਇਹ ਜ਼ਮੀਨ ਆਪਣੀ ਲੈ ਲਈ, ਆਪਣੀ ਜ਼ਮੀਨ ਲੈ ਲਈ। ਤੇ ਅਸੀਂ ਇੱਕ ਗ੍ਰਾਮ ਸਭਾ ਬੁਲਾਈ। ਫਿਰ ਇਹਨਾਂ 23/5 ਨੂੰ ਇਹਨਾਂ ਨੇ ਮਤਾ ਪਾਇਆ ਸੀ ਪੰਚਾਇਤ ਦਾ। ਫਿਰ ਅਸੀਂ 21/7 ਨੂੰ ਗ੍ਰਾਮ ਸਭਾ ਬੁਲਾ ਕੇ ਇੱਕ ਮਤਾ ਪਾਇਆ ਵੀ ਅਸੀਂ ਜ਼ਮੀਨ ਨਹੀਂ ਦੇਣੀ ਚਾਹੁੰਦੇ। ਉੱਥੇ ਚੰਗੇ ਚੰਗੇ ਸੀਨੀਅਰ ਲੀਡਰ ਵੀ ਆਏ, ਚੰਗੇ ਬੁੱਧੀਜੀਵ ਵੀ ਆਏ, ਬੀਬੀ ਸਰਬਜੀਤ ਜੀ ਕੌਰ ਮਾਣੂਕੇ ਜੀ ਤੇ ਗਿਆਨ ਸਿੰਘ ਮੰਗੋ ਲੀਗਲ ਸੈੱਲ ਦੇ ਪ੍ਰਧਾਨ ਰਹਿ ਚੁੱਕੇ ਆ। ਤੇ ਆਪਣੇ ਸਰਦਾਰ ਸੀਨੀਅਰ ਪੱਤਰਕਾਰ ਆਪਣੇ ਹਮੀਰ ਸਿੰਘ ਬੁੱਧੀਜੀਵ ਵੀ ਆ, ਉਹ ਵੀ ਆਏ। ਤੇ ਹੋਰ ਵੀ ਬਹੁਤ ਬੁੱਧੀਜੀਵ ਬੰਦੇ ਸੀ ਜਿਹੜੇ ਆ ਕੇ ਮਤਾ ਪਾ ਗਏ। ਤੇ ਅਸੀਂ ਉਹ ਮਤਾ ਰੱਦ ਕਰਤਾ ਜਿਹੜਾ ਇਹਨਾਂ ਨੇ ਮਤਾ ਸਾਡੇ ਕੋਲ ਪਵਾਇਆ ਸੀ ਸਾਡੀ ਪੰਚਾਇਤ ਕੋਲੋਂ। ਅਸੀਂ ਉਹ ਮਤਾ ਰੱਦ ਕਰਤਾ। ਫਿਰ ਉਸ ਮਤੇ ਜਦੋਂ ਮਤਾ ਹੀ ਨਹੀਂ ਹੈਗਾ ਤੁਹਾਡੇ ਕੋਲ, ਜਿਵੇਂ ਪੰਚਾਇਤ ਦੀ ਜ਼ਮੀਨ ਲੈਣ ਵਾਸਤੇ ਇੱਕ ਨਾ ਮਤਾ ਤੇ ਜਾਂ ਰੈਜੂਲੇਸ਼ਨ ਮਤਾ ਜ਼ਰੂਰੀ ਹੁੰਦਾ ਆ। ਤੇ ਇਹਨਾਂ ਨੇ ਜਦੋਂ ਅਸੀਂ ਮਤਾ ਰੱਦ ਕਰਤਾ, ਫਿਰ ਇਹਨਾਂ 21/9 ਨੂੰ ਇਹਨਾਂ ਰਜਿਸਟਰੀ ਕਰਾ ਲਈ ਉਸੇ ਮਤੇ ਦੇ ਉੱਤੇ। ਰੱਦ ਮਤੇ ਉੱਤੇ ਕਿਵੇਂ ਅਸੀਂ ਰਜਿਸਟਰੀ ਮੰਨ ਲਈਏ ਵੀ ਇਹ ਰਜਿਸਟਰੀ ਹੈ ਜੀ? ਤੁਸੀਂ ਜਿਹੜਾ ਮੰਨ ਕੇ ਚਲੋ ਕੋਰਟ ਦੇ ਵਿੱਚ ਕੇਸ ਵੀ ਦਾਇਰ ਕੀਤਾ ਹੈ, ਰਜਿਸਟਰੀ ਆ ਜਿਹੜੀ ਉਹਨੂੰ ਤੁਸੀਂ ਚੈਲੰਜ ਕੀਤਾ, ਜਿਹੜੀ ਤੁਸੀਂ ਕਿਹਾ ਕਿ ਮਤਾ ਜਿਹੜਾ ਰੱਦ ਕਰਤਾ, ਰੱਦ ਮਤੇ ਦੇ ਉੱਤੇ ਰਜਿਸਟਰੀ ਹੋਈ ਆ। ਹਾਂਜੀ ਬਿਲਕੁਲ। ਇੱਕ ਰਜਿਸਟਰੀ ਦੀ ਜਿਹੜੀ ਹੋਰ ਗੱਲ ਵੀ ਸਾਹਮਣੇ ਆਈ ਹੈ ਕਿ ਰਜਿਸਟਰੀ ਆ ਜਿਹੜੀ ਉਹ ਰਾਤ ਟਾਈਮ ਹੋਈ ਆ। ਹਾਂ, ਰਾਤ ਟਾਈਮ ਹੋਈ ਆ ਜੀ। ਰਾਤ ਨੂੰ ਸਾਡੇ ਸਰਪੰਚ ਨਾਲ 2 ਵਾਰੀ ਧੱਕਾ ਹੋਇਆ ਪੰਚਾਇਤ ਸਾਡੀ ਨਾਲ। ਇੱਕ ਵਾਰੀ ਤੇ ਲੈ ਗਏ ਸੀ ਇੱਥੋਂ ਮੁਲਾਜ਼ਮ ਆ ਕੇ, ਜਿਉਂ ਦੁਪਹਿਰ ਤੋਂ ਬੈਠੇ ਸ਼ਾਮ ਨੂੰ ਆ ਕੇ ਕਹਿੰਦਾ ਬੀਬੀ ਸਾਡਾ ਖੜਾ ਛਡਾਇਆ, ਅਸੀਂ ਟੰਗੇ ਪਏ ਆ, ਡੀਸੀ ਸਾਹਿਬ ਬੈਠਾ ਉੱਥੇ, ਆ ਬੈਠੇ ਆ ਜਾ ਕੇ ਤਹਿਸੀਲ ਦੇ ਵਿੱਚ। ਤੇ ਜਦੋਂ ਸਾਨੂੰ ਪਤਾ ਲੱਗਿਆ, ਜਦੋਂ ਪਿੰਡ ਸਾਡੇ ਸਾਹਮਣੇ ਲੈ ਕੇ ਗਿਆ ਨਾ, ਅਸੀਂ ਫਿਰ ਮਗਰੇ ਸਾਰਾ ਪਿੰਡ ਚੱਲ ਗਿਆ। ਲਾਗੇ ਆਮ ਪਾਰਟੀ ਸਾਡਾ ਬੜਾ ਸੰਯੋਗ ਕਰਦੀ ਸੀ, ਕਿਉਂਕਿ ਸਾਡੇ ਨਾਲ ਹਰਪਾਲ ਚੀਮਾ ਜੀ ਵੀ ਇੱਥੇ ਆ ਕੇ ਗਏ ਆ। ਮੈਂ ਉਹ ਵੀ ਗੱਲ ਕਰਦਾ ਕਿਉਂਕਿ ਹਰਪਾਲ ਚੀਮਾ ਦੀ ਆਪਾਂ ਗੱਲ ਕਰਦੇ ਹਾਂ। ਜਦੋਂ LOP ਸੀਗੇ ਹਰਪਾਲ ਚੀਮਾ ਵਿਰੋਧੀ ਧਿਰ ਦੇ ਨੇਤਾ ਸੀ ਜਦ ਹਰਪਾਲ ਚੀਮਾ, ਉਦੋਂ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਹਰਪਾਲ ਚੀਮਾ ਨੇ। ਤੇ ਅੱਜ ਜਦੋਂ ਸਰਕਾਰ ਹੈ, ਮੌਜੂਦਾ ਸਰਕਾਰ ਹੈ, ਕਦੇ ਹਰਪਾਲ ਚੀਮਾ ਜਾਂ ਆਮ ਆਦਮੀ ਪਾਰਟੀ ਨੇ ਜਿਹੜੀ ਹਾਂ ਦਾ ਨਾਰਾ ਮਾਰਦੀ ਸੀਗੀ ਤੁਹਾਡੇ ਹੱਕ ਦੇ ਵਿੱਚ, ਅੱਜ ਕਦੇ ਉਸ ਆਮ ਆਦਮੀ ਪਾਰਟੀ ਨੇ ਹਾਂ ਦਾ ਨਾਰਾ ਨਹੀਂ ਮਾਰਿਆ? ਨਹੀਂ ਜੀ, ਉਸ ਤੋਂ ਬਾਅਦ ਜਦੋਂ ਤੋਂ ਸਰਕਾਰ ਬਣ ਗਈ ਉਦੋਂ ਤੋਂ ਬਾਅਦ ਨਹੀਂ ਮਾਰਿਆ। ਤੇ ਪਰ ਪਹਿਲੋਂ ਸਾਡੇ ਨਾਲ ਸੀ, ਪੂਰਾ ਸਹਿਯੋਗ ਸੀ ਉਹਨਾਂ ਦਾ। ਜਾਣੀ ਅਸੀਂ ਵੀ ਉਦੋਂ ਤੋਂ ਹੀ ਅਸੀਂ ਆਮ ਪਾਰਟੀ ਦੇ ਨਾਲ ਰਲੇ ਆ। ਆਮ ਪਾਰਟੀ ਦਾ ਮੈਂ ਆਪਣੇ ਪਿੰਡ ਤੌਰ ਤੇ ਮੈਂ ਸੈਕਟਰੀ ਹਾਂ। ਤੇ ਅਸੀਂ ਪੂਰਾ ਜ਼ੋਰ ਲਾ ਕੇ ਤੇ ਪੂਰੀ ਮਿਹਨਤ ਕਰਕੇ, ਰਾਤ ਦਿਨ ਮਿਹਨਤ ਕਰਕੇ ਆਮ ਪਾਰਟੀ ਦੀ ਸਰਕਾਰ ਲਿਆਂਦੀ। ਅਸੀਂ ਮਤਲਬ ਬਦਲਾਅ ਲਿਆਂਦਾ। ਪਰ ਬਦਲਾਅ ਜਿਹੜਾ ਅਸੀਂ ਹੋਰ ਤੇ ਕਿਸੇ ਕੰਮ ਦੇ ਵਿੱਚ ਸ਼ਾਇਦ ਬਦਲਾਅ ਆ ਗਿਆ, ਸਰਕਾਰ ਦੇ ਵਿੱਚ ਜ਼ਰੂਰ ਬਦਲਾਅ ਆ ਗਿਆ, ਪਰ ਉਹ ਜਿਹੜੀ ਪੁਰਾਣੀ ਕਾਂਗਰਸ ਵਾਲੀ ਨੀਤੀ ਸੀ ਉਹਦੇ ਵਿੱਚ ਬਦਲਾਅ ਨਹੀਂ ਲਿਆਂਦਾ, ਜਿਹੜੀ ਸਾਨੂੰ ਉਜਾੜੂ ਨੀਤੀ ਸੀ। ਹਾਂ, ਉਹ ਉਜਾੜੂ ਨੀਤੀ ਵਿੱਚ ਬਦਲਾਅ ਨਹੀਂ ਆਇਆ। ਕਦੇ ਹਰਪਾਲ ਚੀਮਾ ਜੀ ਨਾਲ ਗੱਲ ਹੋਈ? ਹਰਪਾਲ ਚੀਮਾ ਜੀ ਨੂੰ ਕਿਹਾ ਕਦੇ ਕਿ ਜਦੋਂ ਤੁਸੀਂ ਪਹਿਲਾਂ ਆ ਕੇ ਹਾਂ ਦਾ ਨਾਰਾ ਮਾਰਿਆ ਕਾਂਗਰਸ ਵੇਲੇ, ਤੇ ਹੁਣ ਦੱਸੋ ਜੀ ਸਾਡਾ ਕੋਈ ਹੱਲ ਕਰੋ? ਇਹ ਜੀ ਇੱਕ ਵਾਰੀ ਮੇਰੀ ਫੋਨ ਤੇ ਗੱਲ ਹੋਈ ਸੀ, ਉਹ ਵੀ ਬਿਲਕੁਲ 5-7 ਸਕਿੰਟ। ਉਦੋਂ ਸੈਸ਼ਨ ਚੱਲਦਾ ਸੀ ਤੇ ਮੈਂ ਤਾਂ ਇਹੀ ਗੱਲ ਕਰਨੀ ਸੀ ਵੀ ਤੁਸੀਂ ਸਾਡੇ ਕੋਲ ਆਏ ਸੀ ਵੀ ਤੁਸੀਂ ਹੁਣ ਸੈਸ਼ਨ ਚੱਲਦਾ ਆ ਤੇ ਵੀ ਸਾਡੀ ਆਹ ਗੱਲ ਕਰੋ, ਕਿਤੇ ਬਾਈ ਜਲਦੀ ਗੱਲ ਕਰ ਲਓ, ਸੈਸ਼ਨ ਚੱਲਣ ਵਾਲਾ ਸਾਡਾ। ਤੇ ਮੈਂ ਕਿਹਾ ਜੀ ਸਾਡੀ ਤਾਂ ਗੱਲ ਲੰਬੀ ਆ, ਮੈਂ ਪਿੰਡ ਸੇਖੋਵਾਲ ਤੋਂ ਆ, ਕਸ਼ਮੀਰ ਸਿੰਘ। ਤੇ ਕਹਿੰਦੇ ਕੋਈ ਨਹੀਂ, ਆਪਾਂ ਫਿਰ ਬਾਅਦ ਵਿੱਚ ਗੱਲ ਕਰਾਂਗੇ। ਪਹਿਰ ਬਾਈ ਕਰੀ ਸੀ ਉਸ ਦਿਨ ਜਿਸ ਦਿਨ ਤੁਸੀਂ ਫੋਨ ਕੀਤਾ ਸੀ ਕਿ ਵਾਕਈ ਉਸ ਦਿਨ ਸੈਸ਼ਨ ਚੱਲ ਰਿਹਾ ਸੀਗਾ ਜਿਸ ਦਿਨ? ਹਾਂ, ਉਹ ਪਹਿਲਾ ਸੈਸ਼ਨ ਜਿਹੜਾ ਸੀ ਉਦੋਂ ਚੱਲਦਾ ਸੀ। ਇਸ ਸੈਸ਼ਨ ਵੇਲੇ ਤੇ ਫਿਰ ਸਾਡੀ ਗੱਲ ਹੀ ਨਹੀਂ ਹੋਈ ਕਿ ਉਸ ਤੋਂ ਬਾਅਦ ਫਿਰ ਅਸੀਂ ਹਰਦੀਪ ਸਿੰਘ ਮੁੰਡੀਆਂ ਕੋਲ ਜਾਣ ਲੱਗੇ, ਲਗਾਤਾਰ ਹੀ ਜਾਣ ਲੱਗੇ ਨਾ ਫਿਰ। ਤੇ ਅਸੀਂ ਪਹਿਲੋਂ ਵੀ ਲਗਾਤਾਰ ਹੀ ਰਾਤ ਦੇ ਨੇ ਉੱਥੇ ਹੀ ਰਹੇ, ਉਹਨਾਂ ਦੇ ਨਾਲ ਹੀ ਰਹੇ ਹਾਂ, ਮਿਹਨਤ ਕਰ ਰਹੇ, ਡੋਰ ਟੂ ਡੋਰ ਕੀਤੇ ਅਸੀਂ, ਘਰੋਂ ਘਰ ਜਾ ਕੇ ਹੱਥ ਜੋੜੇ ਲੋਕਾਂ ਕੋਲ, ਵੋਟਾਂ ਮੰਗੀਆਂ ਜਾ ਕੇ ਵੀ ਹਾਂ ਸਾਡੀ ਐਤਕੀ ਸਰਕਾਰ ਬਣਾਓ ਤੇ ਤੁਹਾਡੇ ਸਾਰੇ ਕੰਮ ਹੋਣਗੇ। ਇਹ ਸਾਡੀ ਸਰਕਾਰ ਆਮ ਪਾਰਟੀ ਦੀ ਹੋਊਗੀ, ਇਹ ਤੁਹਾਡੀ ਆਪਣੀ ਸਰਕਾਰ ਹੋਊਗੀ, ਇਹ ਬਦਲਾਅ ਦੀ ਸਰਕਾਰ ਹੋਊਗੀ। ਤੇ ਪਰ ਹੁਣ ਉਸ ਤੋਂ ਬਾਅਦ ਛੇਤੀ ਸਾਨੂੰ ਜਦੋਂ ਸਰਕਾਰ ਬਣੀ ਨੂੰ 5-7-10 ਦਿਨ ਹੋ ਗਏ
ਸਹੁੰ ਖਾ ਲਈ ਜਦੋਂ 16 ਤਰੀਕ ਤੋਂ ਬਾਅਦ ਕਈਆਂ ਬੰਦਿਆਂ ਦੇ ਫੋਨ ਆ ਗਏ, ਬਾਈ ਜੀ ਸਾਡਾ ਆਹ ਫੋਨ ਆਹ ਕੰਮ ਆ, ਸਾਡਾ ਆਹ ਕੰਮ ਆ, ਪਰ ਸਾਨੂੰ ਅੱਗੋਂ ਕੋਈ ਮਿਲ ਨਹੀਂ ਰਿਹਾ। ਸਾਡਾ ਐਮਐਲਏ ਸਾਹਿਬ ਸਾਡੀ ਨਾ ਗੱਲ ਸਹੀ ਢੰਗ ਨਾਲ ਮਤਲਬ ਜਿਹੜੀ ਅਸੀਂ ਗੱਲ ਕਰਦੇ ਸੀ ਕੋਈ ਉਹਨੂੰ ਕੱਟਦਾ ਹੁੰਦਾ ਸੀ। ਲੋਕ ਆਪਣੇ ਮਸਲੇ ਹੱਲ ਕਰਾਉਣ ਨੂੰ ਤੁਹਾਨੂੰ ਫੋਨ ਕਰਦੇ ਆ, ਹਾਂਜੀ। ਪਰ ਤੁਹਾਡਾ ਤਾਂ ਆਪਣਾ ਹੀ ਮਸਲਾ ਅੜਿਆ ਪਿਆ। ਫਿਰ ਅਸੀਂ ਕਹਿਣਾ ਕੋਈ ਨਹੀਂ ਬਾਈ ਜੀ ਕਰਦੇ ਆ ਗੱਲ, ਚੱਲਦੇ ਆ। ਸਾਨੂੰ ਵੀ ਅਸੀਂ ਆਪਣਾ ਮਸਲਾ ਵੀ ਜਾ ਕੇ ਉਹਨਾਂ ਨੂੰ ਦੱਸਿਆ। ਤਕਰੀਬਨ ਹੁਣ 100 ਸਾਲ ਤੋਂ ਵੱਧ 100 ਦਿਨ ਤੋਂ ਵੱਧ ਹੋ ਗਿਆ ਆ ਇਸ ਸਰਕਾਰ ਬੜੀ ਨੂੰ। ਮੇਰਾ ਖਿਆਲ ਹੈ 50-60 ਸਾਡੇ ਗੇੜੇ ਲੱਗ ਗਿਆ ਉੱਥੇ ਹਰਦੀਪ ਸਿੰਘ ਮੁੰਡੀਆਂ ਦੇ ਦਫ਼ਤਰ ਦੇ ਵਿੱਚ। ਤੇ ਪਰ ਕਹਿੰਦੇ ਰਹੇ ਵੀ ਸ਼ੁਰੂ ਤੋਂ ਹੀ ਤੇ ਕਹਿਣ ਲੱਗੇ ਪਹਿਲੇ ਹਫ਼ਤੇ ਤੋਂ ਹੀ, ਤੇ ਅਸੀਂ ਵੋਟਾਂ ਤੋਂ ਪਹਿਲਾਂ ਵੀ ਸਾਡਾ ਇਹੀ ਸੀ ਵੀ ਸਾਡਾ ਇਹ ਮਸਲਾ ਹੱਲ ਕਰਨਾ ਦੀ। ਹਰਦੀਪ ਸਿੰਘ ਨੇ ਵੀ ਕਿਹਾ ਸੀ ਵੀ ਪਹਿਲੇ ਸੈਸ਼ਨ ਦੇ ਵਿੱਚ ਹੀ ਤੁਹਾਡਾ ਕਰਾਂਗੇ, ਸਭ ਤੋਂ ਪਹਿਲ ਤੁਹਾਡੀ ਆ ਜੀ, ਤੁਹਾਡਾ ਮਸਲਾ ਜ਼ਰੂਰ ਹੱਲ ਹੋਊਗਾ। ਤੇ ਅਸੀਂ ਚਲੋ ਜੀ ਵਿਸ਼ਵਾਸ ਸੀ ਅਸੀਂ। ਫਿਰ ਇਹਨਾਂ ਨੇ ਹੁਣ ਤੱਕ ਇਹੀ ਕਹਿੰਦੇ ਰਹੇ ਤੁਹਾਡੀ ਗੱਲ ਚੱਲ ਰਹੀ ਆ, ਮੇਰੀ ਪੰਚਾਇਤ ਮੰਤਰੀ ਨਾਲ ਚੱਲ ਰਹੀ ਆ, ਸਾਡੇ ਮੰਤਰੀਆਂ ਨਾਲ, ਮਾਨ ਸਾਹਿਬ ਨਾਲ ਚੱਲ ਰਹੀ ਆ। ਤੇ ਸਾਨੂੰ ਨਹੀਂ ਸੀ ਇਸ ਗੱਲ ਦਾ ਪਤਾ ਵੀ ਸਾਨੂੰ ਉਜਾੜਨ ਵਾਸਤੇ ਗੱਲ ਚੱਲ ਰਹੀ ਆ, ਵੀ ਸਾਨੂੰ ਨਹੀਂ, ਅਸੀਂ ਤੇ ਆਪਣੇ ਵਸਾਉਣ ਵਾਸਤੇ ਗੱਲ ਚਲਾਉਂਦੇ ਸੀ, ਪਰ ਉਹ ਸਾਡੇ ਨਾਲ ਉਜਾੜਨ ਵਾਸਤੇ ਗੱਲ ਚੱਲ ਰਹੀ ਸੀ। ਤੇ ਇਹ ਤੇ ਸਾਨੂੰ ਸੈਸ਼ਨ ਦੇ ਵਿੱਚ ਹੀ ਪਤਾ ਲੱਗਾ ਜਦੋਂ ਹੁਣ ਵਾਲਾ ਸੈਸ਼ਨ, ਦੂਜਾ ਸੈਸ਼ਨ ਹੋਇਆ ਨਾ, ਜਦੋਂ ਐਲਾਨ ਕੀਤਾ ਗਿਆ ਵੀ ਅਸੀਂ ਉੱਥੇ ਇੰਡਸਟਰੀਅਲ ਪਾਰਕ ਬਣਾਵਾਂਗੇ। ਤੇ ਇੱਥੇ ਇੱਕ ਦਿਨ ਸੁਖਪਾਲ ਸਿੰਘ ਖਹਿਰਾ ਆਇਆ ਸੀ ਤੇ ਆਪਣੇ ਆਮ ਪਾਰਟੀ ਦੇ ਆਦਮੀ ਵੀ ਆ ਕੇ ਨਾ ਕੁਛ ਕਹਿਣ ਲੱਗੇ, ਸਾਡੇ ਨਾਲ ਜਿਹੜੇ ਫਿਰਦੇ ਹੁੰਦੇ ਸੀ ਵੋਟਾਂ ਵਿੱਚ ਅਸੀਂ ਇਕੱਠੇ ਹੁੰਦੇ ਸੀ, ਉਹ ਕਹਿਣ ਲੱਗੇ ਜੀ ਇਹ ਸੁਖਪਾਲ ਖਹਿਰੇ ਨੂੰ ਪੁੱਛੋ ਤੁਸੀਂ ਵੀ ਰਜਿਸਟਰੀ ਧੱਕੇ ਨਾਲ ਤੇ ਜਾਲੀ ਰਜਿਸਟਰੀ ਤੇ ਤੁਹਾਡੀ ਸਰਕਾਰ ਨੇ ਕੀਤੀ ਆ। ਮੈਂ ਕਿਹਾ ਜੀ ਇਹਨਾਂ ਦੇ ਸਰਕਾਰ ਨੇ ਜਾਲੀ ਰਜਿਸਟਰੀ ਕਰਵਾ ਲਈ ਸੀ, ਤੇ ਹੁਣ ਇਹ ਆਪਣੀ ਸਾਡੀ ਇਸ ਸਰਕਾਰ ਦਾ ਵੀ ਫਰਜ਼ ਬਣਦਾ ਸੀ ਵੀ ਅਸੀਂ ਜਾਲੀ ਰਜਿਸਟਰੀ ਵਾਲੀ ਜ਼ਮੀਨ ਦੇ ਉੱਤੇ ਇੰਡਸਟਰੀ ਨਹੀਂ ਬਣਾਉਣੀ। ਮੈਂ ਕਿਹਾ ਸਾਡਾ ਸਵਾਲ, ਸਾਡਾ ਬਣਦਾ ਸਵਾਲ ਆ, ਪਰ ਸਾਡੀ ਸਰਕਾਰ ਦਾ ਵੀ ਉੱਤੋਂ ਬਣਦਾ, ਮਾਨ ਸਾਹਿਬ ਦਾ ਬਣਦਾ ਸਵਾਲ ਵੀ ਇਹ ਤੇ ਸਾਡੇ ਐਮਐਲਏ ਸਾਹਿਬ ਦਾ ਬਣਦਾ ਆ, ਹਰਪਾਲ ਸਿੰਘ ਚੀਮਾ ਦਾ ਬਣਦਾ। ਇੱਥੇ ਜਿਹੜੇ ਹਰਪਾਲ ਸਿੰਘ ਚੀਮਾ ਸਾਡੇ ਆਪ ਪਿੰਡ ਵਿੱਚ ਆ ਕੇ ਗਏ ਆ, ਪਿੰਡ ਵਿੱਚ ਆ ਕੇ ਸਾਡਾ ਦੁੱਖ ਸੁੱਖ ਕਰਕੇ ਇੱਥੇ ਮਤਲਬ ਕਾਨਫਰੰਸ ਕਰਕੇ ਗਏ ਆਪਣੇ। ਤੇ ਦੇਖੋ ਜੀ ਬਾਕੀ ਰਾਤ ਨੂੰ ਕਰਾਏ, ਰਾਤ ਨੂੰ ਰਜਿਸਟਰੀ 7:08:35 ਦੇ ਰਜਿਸਟਰੀ ਹੋਈ ਆ। ਦੱਸੋ ਉਦੋਂ ਕਰੋਨਾ ਚੱਲਦਾ ਸੀ, ਬਾਕੀ ਤੁਸੀਂ ਰਿਕਾਰਡ ਕੱਢ ਕੇ ਦੇਖ ਲਿਓ, ਕਰੋਨੇ ਦੇ ਵਿੱਚ ਲੋਕਾਂ ਦੇ ਦਿਨੇ ਕੰਮ ਨਹੀਂ ਸੀ ਹੁੰਦੇ, ਤੇ ਇਹ ਰਾਤ ਨੂੰ ਰਜਿਸਟਰੀ ਕਿਵੇਂ ਹੋਊਗੀ? ਇਹ ਪਿੰਡ ਵਾਲਿਆਂ ਨਾਲ ਧੋਖਾ ਨਹੀਂ? ਇਹ ਮਤਲਬ ਇਹ ਸਾਰਾ ਕੁਛ ਸਾਡੀ ਨਵੀਂ ਸਰਕਾਰ ਨੂੰ ਸੋਚਣਾ ਚਾਹੀਦਾ ਸੀ ਵੀ ਉਹ ਤੇ ਪਹਿਲੋਂ ਤੋਂ ਹੀ ਗਰੀਬ ਸੰਘਰਸ਼ ਕਰਦੇ ਰਹੇ ਆ, ਤੇ ਅਸੀਂ ਉੱਥੇ ਇੰਡਸਟਰੀ ਕਿਉਂ ਕਰ ਰਹੇ ਆ। ਨਾਲੇ ਇੱਕ ਹੋਰ ਵੱਡੀ ਗੱਲ ਇਹ ਆ, ਇਹ ਹੈਗਾ ਫਲੱਡ ਜ਼ੋਨ ਦਾ ਏਰੀਆ ਆ ਇਹ, ਤੇ ਜੇ ਉਹਨਾਂ ਪੁਰਾਣੀ ਸਰਕਾਰ ਨੇ ਕੋਈ ਇਹਦੀ ਸਰਚ ਨਹੀਂ ਸੀ ਕਰਾਈ, ਕੋਈ ਜਾਂਚ ਨਹੀਂ ਕਰਾਈ, ਤੇ ਹੁਣ ਨਵੀਂ ਸਰਕਾਰ ਹੀ ਆਰਡਰ ਕਰਨ ਲੱਗੀ, ਐਲਾਨ ਕਰਨ ਲੱਗੀ, ਸੋਚ ਲੈਂਦੀ, ਜਾਂਚ ਕਰਾ ਲੈਂਦੀ ਵੀ ਇਹ ਫਲੱਡ ਜ਼ੋਨ ਦੀ ਜ਼ਮੀਨ ਆ, ਵੀ ਇਹਦੇ ਵਿੱਚ ਤਾਂ ਇੰਡਸਟਰੀ ਬਣ ਨਹੀਂ ਸਕਦੀ। ਤੇ ਪਰ ਪਤਾ ਨਹੀਂ ਇਹਨਾਂ ਨੂੰ ਕਿ ਸਾਡੀ ਆਪਣੀ ਸਰਕਾਰ ਨੂੰ ਕੀ ਦਿਸਿਆ ਇਹਦੇ ਵਿੱਚ ਵੀ ਕਿੰਨੀ ਕਮਾਇਆ ਜਾਂ ਕਿੰਨਿਆਂ ਕੁ ਸਾਡਾ ਭਲਾ ਹੋ ਜਾਊਗਾ, ਲੋਕਾਂ ਦਾ ਕਿੰਨਾ ਕੁ ਭਲਾ ਹੋ ਜਾਊਗਾ, ਵੀ ਇਹ ਜਿਹੜੇ 70-75 ਪਰਿਵਾਰ ਆ ਇਹਨਾਂ ਨੂੰ ਉਜਾੜ ਕੇ ਜਾਂ ਮਾਰ ਕੇ ਸਾਡੀ ਸਰਕਾਰ ਦਾ ਕਿੰਨਾ ਕੁ ਭਲਾ ਹੋ ਜਾਊਗਾ, ਇਹ ਇਹੀ ਜਾਣਦੀ ਹੋਊਗੀ, ਸਰਕਾਰ ਹੀ ਜਾਣਦੀ ਆ। ਦਰਸ਼ਕੋ ਇੱਕ ਵੱਡੀ ਗੱਲ ਤੁਹਾਨੂੰ ਮੈਂ ਦੱਸ ਦਿਆਂ, ਜਿਹੜੀ ਜ਼ਮੀਨ ਦੇ ਉੱਤੇ ਅਸੀਂ ਖੜੇ ਆਂ, ਜਿਸ ਜਗ੍ਹਾ ਤੇ ਅਸੀਂ ਖੜੇ ਆਂ, ਪਿੰਡ ਸੇਖੋਵਾਲ ਦੇ ਵਿੱਚ ਅਸੀਂ ਖੜੇ ਆਂ, ਇਹ ਜਿਹੜੀ ਪਿੱਛੇ ਜ਼ਮੀਨ ਦਿੰਦੀ ਆ, ਇਹ ਜੰਗਲ ਦੀ ਜ਼ਮੀਨ ਸੀ, ਜਾਂ ਕਹਿ ਦਈਏ ਫਲੱਡ ਦਾ ਏਰੀਆ ਜਿਵੇਂ ਦੱਸਿਆ ਹੈ ਕਸ਼ਮੀਰ ਸਿੰਘ ਜੀ ਨੇ। ਤਾਂ ਇਹ ਆਬਾਦ ਇਹਨਾਂ ਲੋਕਾਂ ਨੇ ਕੀਤਾ ਹੈ, ਇਹਨਾਂ ਨੇ ਆਬਾਦ ਕੀਤਾ ਇਸ ਜ਼ਮੀਨ ਨੂੰ, ਖੇਤੀਯੋਗ ਇਹਨਾਂ ਨੇ ਬਣਾਇਆ ਹੈ। ਪਹਿਲਾਂ 1947 ਦੇ ਵਿੱਚ ਉਜੜੇ, ਉਸ ਤੋਂ ਕੁਝ ਸਮਾਂ ਬਾਅਦ ਜੇਕਰ ਗੱਲ ਕਰੀਏ ਤਾਂ 65 ਦੇ ਵਿੱਚ ਫਿਰ ਦੁਬਾਰਾ ਉਜੜ ਕੇ ਜਿਹੜਾ ਮੁੜ ਵਸੇਬਾ ਇਹਨਾਂ ਦਾ ਹੋਇਆ। ਪੋਟੈਟੋ ਸੀਡ ਫਾਰਮ ਨੇ ਜਿਹੜਾ ਹੈ ਇਹਨਾਂ ਨੂੰ ਦੁਬਾਰਾ 70 ਦੇ ਵਿੱਚ ਉਜਾੜਿਆ। 3 ਵਾਰ ਇਹ ਲੋਕ ਉਜੜ ਕੇ ਜਿਹੜਾ ਬਸੇ ਨੇ, ਤੇ ਅੱਜ ਫਿਰ 70 ਤੋਂ ਬਾਅਦ ਜੇਕਰ ਗੱਲ ਕਰ ਲਈਏ ਇਹਨਾਂ ਲੋਕਾਂ ਨੂੰ ਫਿਰ ਉਜਾੜਨ ਦੀ ਕੋਸ਼ਿਸ਼ ਆ ਜਿਹੜੀ ਸਰਕਾਰ ਕਰ ਰਹੀ ਹੈ। ਜਿਹੜੀ ਇਹਨਾਂ ਨੇ ਇਲਜ਼ਾਮ ਦੋਸ਼ ਲੱਗੇ ਨੇ ਪ੍ਰਸ਼ਾਸਨ ਦੇ ਉੱਤੇ ਵੱਡੇ ਕਿ ਜਿਹੜੀ ਰਜਿਸਟਰੀ ਆ ਉਹ ਜਾਲੀ ਹੋਈ ਆ, ਮਤਾ ਕੈਂਸਲ ਹੋਣ ਤੋਂ ਬਾਅਦ ਹੋਈ ਆ, ਤੇ ਦੂਸਰੇ ਨੰਬਰ ਤੇ ਰਜਿਸਟਰੀ ਆ ਜਿਹੜੀ ਰਾਤ ਟਾਈਮ ਹੋਈ ਆ। ਮਾਨ ਸਾਹਿਬ ਬੜੀ ਵਿਚਾਰਨ ਵਾਲੀ ਗੱਲ ਆ, ਜੇਕਰ ਜਾਲੀ ਰਜਿਸਟਰੀ ਆ ਤਾਂ ਇਹਨਾਂ ਲੋਕਾਂ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ। 416 ਏਕੜ ਜਿਹੜੀ ਜ਼ਮੀਨ ਹੈ, ਜੇਕਰ ਗੱਲ ਕਰੀਏ ਤਾਂ ਉਹ ਕੱਲੀ ਇਸ ਪਿੰਡ ਦੀ ਜ਼ਮੀਨ ਹੈ 416 ਏਕੜ। ਬਾਈ ਜੀ ਠੀਕ ਹੈ? ਹਾਂ 416 ਸਾਡੇ ਕੱਲੇ ਸਿੱਖੋਵਾਲ ਦੀ ਆ, 21 ਕਿੱਲੇ ਇੱਕ ਪਿੰਡ ਸਲੇਮਪੁਰ ਦੀ ਆ, 27 ਕਿੱਲੇ ਦੂਜਾ ਪਿੰਡ 21 ਕਿੱਲੇ ਸੇਲਕਾਣੇ ਦੀ ਆ, 27 ਕਿੱਲੇ ਇੱਕ ਸਲੇਮਪੁਰ ਦੀ ਆ। ਜਿਹੜੀ ਪੰਚਾਇਤਾਂ ਦੀ ਜ਼ਮੀਨ ਆ ਇਹਦੇ ਵਿੱਚ ਇੰਨੀਆਂ ਹੀ ਆ। ਇੱਕ ਬਾਕੀ ਸੀਟ ਜਿਹੜੀ ਹੈਦਰਨਗਰ ਦੀ ਜ਼ਮੀਨ ਆ ਉਹ ਪੋਟੈਟੋ ਸੀਡ ਫਾਰਮ ਦੀ ਆ, ਤੇ ਜਿਹੜੀ ਹੈਗੀ ਆ ਫਾਜ਼ਿਲਗੜ੍ਹੀ ਦੀ ਉਹ ਹੈਗੀ ਆ ਪਸ਼ੂ ਪਾਲਣ ਵਿਭਾਗ ਦੀ। ਉਹ ਜ਼ਮੀਨ ਆ 200 ਤੇ 25-30 ਕਿੱਲੇ, 30-35 ਕਿੱਲੇ ਆ। ਉਹ 35 ਕਿੱਲੇ ਵਿੱਚ ਮੈਨੂੰ ਪੱਕਾ ਪਤਾ ਨਹੀਂ, 35 ਆ ਕਿ 40 ਆ ਕਿ ਜਾਂ 37 ਆ।
ਹਾਂਜੀ ਜਾਣੀ ਇਹ 950 ਏਕੜ ਜਿਹੜਾ ਬਣਦਾ ਨਾ ਇਹ 3 ਪਿੰਡਾਂ ਦੀ ਪੰਚਾਇਤ ਦੀ ਆ ਤੇ 2 ਮਹਿਕਮਿਆਂ ਦੀ ਆ ਇਹ। ਹਾਂਜੀ ਤੇ ਬਾਕੀ ਅਸੀਂ ਤੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਜੇ ਹੋਰ ਨਹੀਂ ਕਿਤੇ ਇਹ ਜਿਹੜਾ ਹੈਗਾ ਸੀਡ ਫਾਰਮ ਜਿਹੜਾ ਇਹ ਜੇ ਦੁਬਾਰੇ ਆਬਾਦ ਹੋ ਜਾਵੇ ਤੇ ਇਹ ਵੀ ਆਪਣਾ ਖੇਤੀ ਪ੍ਰਧਾਨ ਆਪਣਾ ਸੂਬਾ ਆ ਤੇ ਖੇਤੀ ਵਾਸਤੇ ਆਪਣੇ ਵਧੀਆ ਬੀਜ ਦਿੱਤੇ ਜਾਣਗੇ ਤੇ ਪਸ਼ੂ ਪਾਲਣ ਵਿਭਾਗ ਵੀ ਕਿਤੇ ਮਾੜਾ ਨਹੀਂ ਹੁੰਦਾ। ਇਹਨਾਂ ਨੂੰ ਤਾਂ ਆਬਾਦ ਕੀਤਾ ਜਾਵੇ ਤੇ ਜਿਹੜਾ ਅਸੀਂ ਜਿਹੜੇ ਆਬਾਦ ਆ ਸਾਨੂੰ ਉਜਾੜਿਆ ਨਾ ਜਾਵੇ ਤੇ ਇਸ ਇੰਡਸਟਰੀ ਨਾਲ ਲੱਗਣ ਦੇ ਨਾਲ ਜਦੋਂ 1000 ਏਕੜ ਦੇ ਵਿੱਚ ਇੰਡਸਟਰੀ ਲੱਗ ਜੂਗੀ ਬਿਲਕੁਲ ਇਹ 1.5-2 ਕਿਲੋਮੀਟਰ ਜਿਹੜੀ ਆ ਨਾ ਸਤਲੁਜ ਦਰਿਆ ਦੇ ਨਾਲ ਜਾ ਰਹੀ ਆ। ਸਾਡੀ ਸਤਲੁਜ ਦੇ ਨਾਲ ਵੀ ਬੰਨੇ ਦਾ ਬੰਨਾ ਆ ਸਿੱਖੋਵਾਲ ਦੀ ਜ਼ਮੀਨ ਦਾ ਤੇ ਸਾਡੇ ਜੰਗਲਾਤ ਦੇ ਨਾਲ ਵੀ ਬੰਨੇ ਦਾ ਨਾਲ ਬੰਨਾ ਆ ਤੇ ਸਾਡੇ 2 ਸਾਈਡਾਂ ਤੇ ਸਾਡੇ ਜੰਗਲਾਤ ਲੱਗਦਾ, ਇੱਕ ਚੜ੍ਹਦੀ ਸਾਈਡ ਤੇ ਇੱਕ ਲਹਿੰਦੀ ਸਾਈਡ ਜੰਗਲਾਤ ਤੇ ਪੂਰਬ ਵਾਲੀ ਜਿਹੜੀ ਸਾਈਡ ਆ ਉਹ ਦਰਿਆ ਆ ਤੇ ਇਸ ਦਰਿਆ ਦੇ ਕੰਢੇ ਦੇ ਉੱਤੇ ਇੰਡਸਟਰੀ ਲਾਉਣ ਨਾਲੋਂ ਤੇ ਇੰਡਸਟਰੀ ਲਾਉਣ ਨਾਲ ਇਹ ਆਪਣਾ ਜਿੰਨਾ ਕੁ ਜੰਗਲ ਬਚਿਆ ਉਹ ਜੰਗਲ ਖਰਾਬ ਕਰਨ ਵਾਲੀ ਗੱਲ ਆ ਜਾਂ ਬਰਬਾਦ ਕਰਨ ਵਾਲੀ ਪਾਣੀ ਬਰਬਾਦ ਕਰਨ ਵਾਲੀ ਗੱਲ ਆ। ਜਿਵੇਂ ਆਪਾਂ ਜ਼ਬਾਨੀ ਤੇ ਕਹਿ ਦਿੱਤਾ ਵੀ ਇੱਥੇ ਜੀ ਗੰਦਾ ਪਾਣੀ ਦਰਿਆ ਦੇ ਵਿੱਚ ਨਹੀਂ ਪਊਗਾ ਤੇ ਪਰ ਗੰਦਾ ਪਾਣੀ ਲਿਜਾ ਵੀ ਨਹੀਂ ਕਿਤੇ ਸਕਦੇ ਇਹ। ਜੇ ਟ੍ਰੀਟਮੈਂਟ ਹੋ ਵੀ ਜਾਊਗਾ ਉਹਦੇ ਕੈਮੀਕਲ ਦੇ ਫਿਰ ਸੈੱਲ ਵਿੱਚੇ ਰਹਿ ਜਾਂਦੇ ਆ, ਤੱਤ ਵਿੱਚੇ ਹੀ ਰਹਿ ਜਾਣੇ ਆ ਤੇ ਜਾਣਾ ਆਖਰ ਨੂੰ ਇਸ ਜ਼ਮੀਨ ਦੇ ਵਿੱਚ ਹੀ ਰਲਣਾ ਆ, ਇਸੇ ਦਰਿਆ ਦੇ ਵਿੱਚ ਹੀ ਰਲਣਾ। ਜਿਹੜੀ ਇਹ ਜ਼ਮੀਨ ਤੇ ਸਪੈਸ਼ਲ ਫਲੱਡ ਵਾਸਤੇ ਹੀ ਆ, ਜ਼ਮੀਨ ਨੂੰ ਸਤਲੁਜ ਨੂੰ ਰੀਚਾਰਜ ਕਰਨ ਵਾਸਤੇ ਆ ਤੇ ਪਰ ਰੀਚਾਰਜ ਵਾਸਤੇ ਆਪਾਂ ਜਿਹੜਾ ਪਾਣੀ ਦੇਵਾਂਗੇ ਉਹ ਕੈਮੀਕਲ ਵਾਲਾ ਦੇਵਾਂਗੇ ਤੇ ਜਿਹੜੇ ਅੱਗੇ ਜਿਨ੍ਹਾਂ ਨੇ ਇਹ ਪੀਣਾ ਪਾਣੀ ਉਹਨਾਂ ਨੂੰ ਉਹ ਕਿੰਨੀਆਂ ਕੁ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਆ ਇਹ ਸਰਕਾਰ ਵੀ ਜਾਣਦੀ ਆ ਤੇ ਸਾਡਾ ਸਿਹਤ ਮਹਿਕਮਾ ਵੀ ਜਾਣਦਾ ਆ। ਜੇ ਆਪਾਂ ਫਲੱਡ ਦੀ ਗੱਲ ਕਰੀਏ ਜਦੋਂ ਫਲੱਡ ਆਉਂਦਾ ਹੈ ਉਦੋਂ ਸਰਕਾਰ ਨੇ ਕਦੇ ਸਹੀ ਮੁਆਵਜ਼ਾ ਦਿੱਤਾ? ਨਹੀਂ, ਸਹੀ ਮੁਆਵਜ਼ਾ ਕੀ ਇੱਕ ਤਾਂ ਸਾਡੇ ਉਦੋਂ ਸੀਗਾ ਇਹ ਜ਼ਮੀਨ ਦਾ ਕੇਸ ਚੱਲਦਾ ਜਦੋਂ ਫਲੱਡ ਆਉਂਦੇ ਰਹੇ ਇੱਥੇ। ਇਹ 78 ਵਿੱਚ ਵੀ ਸਾਡਾ ਜਦੋਂ ਆਇਆ ਤੇ 88 ਵਿੱਚ ਵੀ ਜਦੋਂ ਆਇਆ ਨਾ ਉਦੋਂ ਵੀ ਸਾਡਾ ਜ਼ਮੀਨ ਦਾ ਇਸਦਾ ਕੇਸ ਚੱਲਦਾ ਸੀ ਤੇ ਹਾਂ ਸਾਡੀਆਂ ਬਾਹਰ ਜ਼ਮੀਨਾਂ ਸੀਗੀਆਂ ਥੋੜ੍ਹੀ ਜਿਹਾ ਉਹਦਾ ਮੁਆਵਜ਼ਾ ਦਿੱਤਾ ਸੀ। ਇਸ ਜ਼ਮੀਨ ਦਾ ਕੇਸ ਚੱਲਦਾ ਸੀ ਆ ਜਿਹੜੀ ਹੁਣ ਅਕਵਾਇਰ ਹੋਈ ਆ ਇਹਦਾ ਉਦੋਂ ਕੇਸ ਚੱਲਦਾ ਸੀ ਤੇ ਫਲੱਡ ਦਾ ਵੈਸੇ ਦਿੱਤਾ ਸੀ ਮੁਆਵਜ਼ਾ, ਉਹ ਵੀ ਕੋਈ ਨਾ ਮਾਤਰ ਮੁਆਵਜ਼ਾ ਸੀ। ਸਾਡੇ ਕੱਚੇ ਮਕਾਨ ਹੁੰਦੇ ਸੀ ਉਦੋਂ, ਕੱਚੇ ਮਕਾਨ ਹੁੰਦੇ, ਕੱਚਿਆਂ ਮਕਾਨਾਂ ਦਾ ਸਾਨੂੰ 800 ਰੁਪਈਆ ਦਿੱਤਾ ਸੀ ਇਹਨਾਂ ਨੇ। ਕੱਚੇ ਮਕਾਨ ਸਾਡੇ ਢਹਿ ਗਏ ਸੀ ਤੇ ਉਹ ਵੀ ਕਿਸੇ ਹਾਂਜੀ 88 ਦੇ ਵਿੱਚ ਤੇ ਪਰ ਉਸ ਤੋਂ ਬਾਅਦ ਕੋਈ ਹੋਰ ਐਡਾ ਕੋਈ ਮੁਆਵਜ਼ਾ ਨਹੀਂ ਦਿੱਤਾ ਇਹਨਾਂ ਨੇ ਤੇ ਉਹ ਕਰਦੇ ਰਹੇ। ਤੁਹਾਨੂੰ ਹੋਰ ਵੀ ਕੁਝ ਮਿਲੂਗਾ ਆ ਪਰ ਜਿਹੜੇ ਘਰ ਰਹਿ ਗਏ ਸੀ ਜਿਹੜੇ ਪਹਿਲੋਂ ਜਿਨ੍ਹਾਂ ਨੇ ਲਿਖੇ ਗਏ ਬਾਅਦ ਜਿਹੜੇ ਘਰ ਰਹਿ ਗਏ ਸੀ ਉਹ ਵੀ ਰਹਿ ਗਏ ਸੀ, ਯਾਨੀ ਉਹਦੇ ਉੱਤੇ ਵੀ ਉਹਨਾਂ ਨੂੰ ਵਿਚਾਰੇ ਉੱਦਾਂ ਹੀ ਗੇੜੇ ਮਾਰ ਦਫ਼ਤਰਾਂ ਦੇ ਥੱਕ ਗਏ ਪਰ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਸਰਕਾਰ ਨੇ। ਬਾਈ ਜੀ ਜੇ ਆਪਾਂ ਗੱਲ ਕਰ ਲਈਏ ਤੁਸੀਂ ਸਰਬਜੀਤ ਕੌਰ ਮਾਨੂਕੇ ਦੀ ਗੱਲ ਕੀਤੀ ਹੈ ਜਾਂ ਜਿਵੇਂ ਹਰਪਾਲ ਚੀਮਾ ਜੀ ਦੀ ਗੱਲ ਕੀਤੀ ਹੈ, ਸੁਖਪਾਲ ਸਿੰਘ ਖਹਿਰਾ ਦੀ ਗੱਲ ਕੀਤੀ ਹੈ, ਕਦੇ ਹੁਣ ਤੁਸੀਂ ਕਿਹਾ ਕਿ 5-7 ਸੈਕਿੰਡ ਲਈ ਸਿਰਫ ਮੇਰੀ ਗੱਲ ਹੋਈ ਹਰਪਾਲ ਚੀਮਾ ਨਾਲ, ਕਹਿੰਦੇ ਸੈਸ਼ਨ ਸ਼ੁਰੂ ਹੋਣ ਵਾਲਾ ਜੋ ਗੱਲ ਕਰਨੀ ਹੈ ਜਲਦੀ ਕਰ ਲਓ। ਸਰਬਜੀਤ ਕੌਰ ਮਾਨੂਕੇ ਨੇ ਤੁਹਾਨੂੰ ਕੀ ਭਰੋਸਾ ਦਿੱਤਾ ਹੈ? ਕਈ ਹੁਣ ਕਿਹਾ ਹੈ ਜਿਵੇਂ ਕੱਲ੍ਹ ਨੂੰ ਇੱਥੇ ਜਿਹੜਾ ਹੈ ਜਿਹੜੀਆਂ ਹਾਹ ਦਾ ਨਾਅਰਾ ਮਾਰਨ ਵਾਲੇ ਜਿਹੜੇ ਲੋਕ ਨੇ ਕੱਲ੍ਹ ਨੂੰ ਇੱਥੇ ਇਕੱਠੇ ਹੋ ਰਹੇ ਨੇ ਇਸ ਜੰਗਲ ਦੇ ਵਿੱਚ, ਕੱਲ੍ਹ ਨੂੰ ਸਰਬਜੀਤ ਕੌਰ ਮਾਨੂਕੇ ਨੇ ਕਿਹਾ ਹੈ ਕਿ ਮੈਂ ਆਊਂਗੀ ਜਾਂ ਤੁਹਾਡੇ ਹੱਕ ਦੇ ਵਿੱਚ ਹਾਹ ਦਾ ਨਾਅਰਾ ਮਾਰੂੰਗੀ? ਨਹੀਂ ਜੀ, ਸਾਡੇ ਨਾਲ ਕੋਈ ਗੱਲ ਨਹੀਂ ਹੋਈ ਤੇ ਵੈਸੇ ਮੈਸੇਜ ਤੇ ਅਸੀਂ ਕਹਿੰਦੇ ਕੋਈ ਸਰਕਾਰ ਦੇ ਨੁਮਾਇੰਦੇ ਵੀ ਜਿਨ੍ਹਾਂ ਸਾਡੇ ਮਤਲਬ ਸਾਡੇ ਅਤੈਸ਼ੀ ਆ ਜਿਹੜੇ ਸਾਡੇ ਹਮਦਰਦ ਆ ਤੇ ਸਰਕਾਰ ਦੇ ਵੀ ਸਾਰੇ ਨੁਮਾਇੰਦੇ ਆਉਣ ਤੇ ਆ ਕੇ ਸਾਡਾ ਦੁੱਖ ਦੇ ਵਿੱਚ ਆ ਕੇ ਸ਼ਰੀਕ ਹੋਣ ਕਿ ਅਸੀਂ ਉਜਾੜੇ ਜਾ ਰਹੇ ਹਾਂ ਤੇ ਇਹਨਾਂ ਨੂੰ ਸਰਕਾਰ ਦੇ ਵਿੱਚ ਕਿਉਂ ਸਾਨੂੰ ਪਤਾ ਵੀ ਇਹ ਹੁਣ ਜਿੰਨੇ ਵੀ ਸਾਡੇ ਕੋਲ ਆਏ ਆ ਜਿਵੇਂ ਕੁਲਤਾਰ ਸਿੰਘ ਸੰਧਵਾਂ ਆਇਆ ਸੀ ਉਹ ਵੀ ਸਾਡੇ ਹਾਹ ਦਾ ਨਾਅਰਾ ਲਾ ਕੇ ਗਿਆ ਜਦੋਂ ਕੈਪਟਨ ਦੀ ਸਰਕਾਰ ਸੀ ਤੇ ਆਪਣੇ ਬੀਬੀ ਮਾਣੂਕੇ ਜੀ ਇਹਦੇ ਤੇ 4-5 ਗੇੜੇ ਲੱਗੇ ਸਾਡੇ ਪਿੰਡ ਵਿੱਚ ਮਤਾ ਵੀ ਉਹਨਾਂ ਨੇ ਪਵਾਇਆ। ਬਹੁਤ ਵਧੀਆ ਬੀਬੀ ਆ। ਹੁਣ ਲੱਗੇ ਆ ਜਾਂ ਕੈਪਟਨ ਦੀ? ਨਹੀਂ, ਕੈਪਟਨ ਦੀ ਸਰਕਾਰ ਵੇਲੇ ਤੇ ਪਰ ਪਤਾ ਨਹੀਂ ਹੁਣ ਇਹਨਾਂ ਨੇ ਕੀ ਉਹਨਾਂ ਨੂੰ ਕਹਿਤਾ। ਹਰਪਾਲ ਸਿੰਘ ਚੀਮਾ ਜੀ ਵਿੱਤ ਮੰਤਰੀ ਇੰਨੇ ਉੱਚੇ ਰੁਤਬੇ ਤੇ ਬੈਠੇ ਆ ਕਿ ਮਾਨ ਸਾਹਿਬ ਨੂੰ ਕਹਿ ਨਹੀਂ ਸਕਦੇ ਜੀ ਉਹ ਤੇ ਉੱਥੇ ਇੰਡਸਟਰੀ ਬਣਦਾ ਕੋਈ ਤੁੱਕ ਨਹੀਂ ਬਣਦਾ। ਮਾਨ ਸਾਹਿਬ ਕੋਲੇ ਵੀ ਮੈਂ ਚੋਣਾਂ ਤੋਂ ਪਹਿਲਾਂ ਜਾ ਕੇ ਆਇਆ ਕਿ ਅਸੀਂ ਇੱਕ ਪਾਰਟੀ ਹੋਣ ਕਰਕੇ ਅਸੀਂ ਇੱਕ ਦੂਜੇ ਨਾਲ ਤਾਲਮੇਲ ਰਹਿੰਦਾ ਹੀ ਹੁੰਦਾ ਸੀ। ਉਜਾੜਾ ਬੜਾ ਜਿਹੜਾ ਭਿਆਨਕ ਹੁੰਦਾ ਹੈ ਜਦੋਂ ਕੋਈ ਉੱਜੜਦਾ ਹੈ ਤਾਂ ਕਈ ਪੁਸਤਾਂ ਨਿਕਲ ਜਾਂਦੀਆਂ ਨੇ, ਕਈ ਪੀੜ੍ਹੀਆਂ ਨਿਕਲ ਜਾਂਦੀਆਂ ਨੇਗੀਆਂ ਦੁਬਾਰਾ ਬਸਣ ਵਾਸਤੇ, ਦੁਬਾਰਾ ਉਸ ਲਾਈਨ ਤੇ ਆਉਣ ਵਾਸਤੇ, ਪਰਿਵਾਰ ਨੂੰ ਦੁਬਾਰਾ ਸਟੈਂਡ ਕਰਨ ਵਾਸਤੇ।
ਪਰ ਇਹ ਲੋਕ ਨੇ ਜਿੰਨ ਵਾਰ ਉੱਜੜ ਚੁੱਕੇ ਨੇ, 3 ਪੀੜ੍ਹੀਆਂ ਜਿਹੜੀਆਂ ਇਹਨਾਂ ਦੀਆਂ ਉਜਾੜੇ ਦੇ ਵਿੱਚ ਦੀ ਨਿਕਲ ਗਈਆਂ ਨੇ। ਇਹ ਜ਼ਮੀਨ ਨੂੰ ਆਬਾਦ ਕਰਨ ਵਾਲੇ ਇਹ ਲੋਕ ਨੇ। ਜੇਕਰ ਇਸ ਜਗ੍ਹਾ ਤੇ ਇੰਡਸਟਰੀਅਲ ਪਾਰਕ ਬਣਦੀ ਹੈ ਤਾਂ ਇਹ ਪਿੰਡ ਉਜੜੇਗਾ ਦੁਬਾਰਾ, ਇਹ ਲੋਕ ਉਜੜਨ, ਲੋਕ ਨੇ ਜਿਹੜੇ ਇਸ ਪਿੰਡ ਦੇ ਦਲਿਤ ਭਾਈਚਾਰਾ ਦੁਬਾਰਾ ਉਜੜੇਗਾ। ਕਿ ਸਰਕਾਰ ਨੂੰ ਇਹਨਾਂ ਤੇ ਕੁਝ ਵਿਚਾਰਨਾ ਚਾਹੀਦਾ, ਵਿਚਾਰ ਰੱਖਣੇ ਚਾਹੀਦੇ ਸਰਕਾਰ ਨੂੰ ਕਿ ਇਸ ਜਗ੍ਹਾ ਤੇ ਇੰਡਸਟਰੀਅਲ ਪਾਰਕ ਬਣਾਉਣੀ ਚਾਹੀਦੀ ਹੈ। ਦਰਸ਼ਕੋ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ। ਚੈਨਲ ਸੀਰਤ ਪੰਜਾਬ ਦੀ ਨਾਲ ਜੁੜੇ ਰਹਿਣ ਲਈ ਦਰਸ਼ਕੋ ਤੁਹਾਡਾ ਬਹੁਤ ਬਹੁਤ ਧੰਨਵਾਦ।